ਸਰਬੱਤ ਸੰਗਤਾਂ ਵਡਭਾਗੇ ਬਣੇ ਹੋ, ਜਿਨ੍ਹਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ। ਜਿਸ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿੱਥੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਉੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਸਮੁੱਚਾ ਖਾਲਸਾ ਪੰਥ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਔਰਨ ਕੀ ਹੋਲੀ ਮਮ ਹੋਲਾ ਹੋਲੇ ਮਹੱਲੇ ਦਾ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾ ਰਿਹਾ ਹੈ। ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਕ ਹੋਲੀ ਦੇ ਵਿੱਚੋਂ ਕੱਢ ਕੇ, ਕਿਉਂਕਿ ਸਮੇਂ ਦੇ ਮੁਤਾਬਕ ਚਾਰ ਤਿਉਹਾਰ ਜਿਹੜੇ ਸੀ ਉਹਨਾਂ ਨੂੰ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਸ਼ਾਮਣੀ ਦਾ ਜਿਹੜਾ ਤਿਉਹਾਰ ਹੁੰਦਾ ਏ, ਇਹ ਖਾਸ ਕਰਕੇ ਪੂਜਾ ਦਾ ਸਮਾਂ ਹੁੰਦਾ ਏ। ਪੁਜਾਰੀ ਜਿਹੜਾ ਏ ਉਹ ਲੋਕਾਂ ਦੇ ਕੋਲੋਂ ਜੱਗ ਕਰਾਉਂਦਾ ਏ, ਦਾਨ ਲੈਂਦਾ ਏ, ਆਪਣੀ ਪੂਜਾ ਕਰਾਉਂਦਾ ਏ। ਇਹ ਬ੍ਰਾਹਮਣ ਦੇ ਹਿੱਸੇ ਵਿੱਚ ਆਇਆ। ਸਾਵਣੀ ਦਾ ਤਿਉਹਾਰ ਜਿਹੜਾ ਸੀ, ਇਹ ਬ੍ਰਾਹਮਣ ਤੋਂ ਬਿਨਾਂ ਨਾ ਕੋਈ ਪੂਜਾ ਕਰ ਸਕਦਾ ਹੈ ਤੇ ਨਾ ਕੋਈ ਕਰਾ ਸਕਦਾ ਹੈ। ਬ੍ਰਾਹਮਣੀ ਜਿਹੜਾ ਸੀ ਵਿਦਿਆ ਪੜ੍ਹ ਸਕਦਾ ਹੈ, ਹੋਰ ਕਿਸੇ ਦੀ ਹਿੰਮਤ ਨਹੀਂ ਸੀ ਉਹ ਵਿਦਿਆ ਪੜ੍ਹ ਸਕੇ। ਬ੍ਰਾਹਮਣ ਜੱਗ ਕਰ ਸਕਦਾ ਹੈ, ਜੱਗ ਕਰਾ ਸਕਦਾ ਹੈ, ਦਾਨ ਦੇ ਸਕਦਾ ਹੈ, ਦਾਨ ਲੈ ਸਕਦਾ ਹੈ। ਇਹ 6 ਕਰਮ ਜਿਹੜੇ ਸੀ ਬ੍ਰਾਹਮਣ ਦੇ ਕੋਲ ਸਨ। ਤੇ ਛਾਵਣੀ ਦਾ ਤਿਉਹਾਰ ਜਿਹੜਾ ਸੀ, ਇਸ ਦਿਨ ਬ੍ਰਾਹਮਣ ਜਿਹੜਾ ਸੀ, ਇਹ ਬ੍ਰਾਹਮਣ ਦੀ ਪੂਜਾ ਦਾ ਦਿਨ। ਲੋਕ ਆ ਕੇ ਬ੍ਰਾਹਮਣ ਨੂੰ, ਕਿਉਂਕਿ ਸਤਿਗੁਰਾਂ ਦੇ ਪਾਵਨ ਬੋਲ ਆਪਾਂ ਪੜ੍ਹਦੇ ਭਗਤ ਸਾਹਿਬਾਨਾਂ ਦੀ ਬਾਣੀ ਦੇ ਅੰਦਰ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ, ਅਰਧ ਉਰਧ ਕੇ ਪਚ ਮੂਆ, ਚਾਰੋਂ ਬੇਦੋਂ ਮਾਹੀ। ਸਾਹਿਬ ਕਹਿੰਦੇ ਦੁਨੀਆ ਦਾ ਗੁਰੂ ਬ੍ਰਾਹਮਣ ਹੋ ਸਕਦਾ ਹੈ, ਪਰ ਭਗਤਾਂ ਦਾ ਗੁਰੂ ਬ੍ਰਾਹਮਣ ਨਹੀਂ, ਪੁਜਾਰੀ ਨਹੀਂ। ਇਸ ਤਰੀਕੇ ਦੇ ਨਾਲ ਬ੍ਰਾਹਮਣ ਨੇ ਜਿਹੜਾ ਸੀ, ਪੁਜਾਰੀ ਨੇ ਇਹ ਆਪਣਾ ਜਿਹੜਾ ਸੀ ਤਿਉਹਾਰ ਇੱਕ ਵੱਖਰਾ ਰੱਖਿਆ ਹੈ। ਤੇ ਜਿਹੜਾ ਦੁਸ਼ਹਿਰੇ ਦਾ ਤਿਉਹਾਰ ਹੈ, ਇਹ ਸੀ ਖੱਤਰੀ ਦੇ ਹਿੱਸੇ ਵਿੱਚ ਆਇਆ। ਜਿਹੜਾ ਦੀਪਾਵਲੀ ਦਾ ਤਿਉਹਾਰ ਹੈ, ਦੀਵਾਲੀ ਦਾ, ਇਹ ਸੀ ਵੈਸ ਦੇ ਹਿੱਸੇ ਵਿੱਚ ਆਇਆ। ਤੇ ਜਿਹੜਾ ਹੋਲੀ ਦਾ ਦਿਹਾੜਾ ਹੈ, ਇਹ ਸੀ ਸ਼ੂਦਰ ਦੇ ਹਿੱਸੇ ਵਿੱਚ ਆਇਆ। ਸ਼ੂਦਰ ਭਾਵ ਕਿ ਨੀਵੀਂ ਜਾਤੀ ਦੇ ਲੋਕ। ਸ਼ੂਦਰ ਜਿਹੜਾ ਸੀ ਇਸ ਦਿਨ ਕੀ ਕਰਦਾ ਸੀ, ਗੰਦਗੀ ਲੈ ਕੇ, ਘੱਟਾ ਮਿੱਟੀ ਲੈ ਕੇ, ਗਲੀਆਂ ਦੇ ਵਿੱਚੋਂ ਚਿੱਕੜ ਲੈ ਕੇ ਇੱਕ ਦੂਜੇ ਦੇ ਉੱਤੇ ਪਾਉਣਾ। ਇਹ ਆਪਾਂ ਦੇਖਦੇ ਰਹੇ, ਹੁਣ ਤੱਕ ਕਈ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਿਹਾ। ਨਾਲੀਆਂ 'ਚੋਂ ਚਿੱਕੜ ਲੈ ਲੈਣਾ। ਖੁਦ ਆਪਾਂ ਦੇਖਿਆ ਵੀ ਕਈਆਂ ਨੇ ਉਹ ਕਾਲਾ ਤੇਲ ਜਿਹੜਾ ਹੁੰਦਾ ਸੀ, ਉਹੀ ਲੈ ਕੇ ਇੱਕ ਦੂਜੇ ਦੇ ਮੂੰਹ 'ਤੇ ਮਲੀ ਜਾਣਾ, ਕਿਉਂਕਿ ਪਤਾ ਨਹੀਂ ਸੀ, ਸਮਝ ਨਹੀਂ ਸੀ। ਪਰ ਜਦੋਂ ਹੁਣ ਇਹ ਸਮਝ ਲੱਗੀ ਹੈ ਵੀ ਅਸਲ ਵਿੱਚ ਪੁਜਾਰੀ ਨੇ ਬੜੇ ਢੰਗ ਦੇ ਨਾਲ ਵੀ ਇਹ ਸ਼ੂਦਰ ਗੰਦਗੀ ਵਿੱਚ ਹੀ ਰਹਿਣ ਵਾਲਾ ਹੈ, ਤੇ ਇਹਨੂੰ ਕੋਈ ਹੱਕ ਨਹੀਂ ਗਾ ਵੀ ਇਹ ਤਿਉਹਾਰ ਵੀ ਜਿਹੜਾ ਕੋਈ ਚੱਜ ਦਾ ਮਨਾ ਸਕੇ। ਤੇ ਰਹਿੰਦੀ ਖੂੰਦੀ ਕਸਰ ਜਿਹੜੀ ਸੀ ਔਰੰਗਜ਼ੇਬ ਬਾਦਸ਼ਾਹ ਨੇ ਕੱਢ ਦਿੱਤੀ। ਉਹਨੇ ਬਿਲਕੁਲ ਜਿਹੜਾ ਸੀ ਐਲਾਨ ਕਰ ਦਿੱਤਾ, ਕੋਈ ਸ਼ਸਤਰਧਾਰੀ ਨਹੀਂ ਹੋਵੇਗਾ, ਕੋਈ ਘੋੜੇ 'ਤੇ ਸਵਾਰੀ ਨਹੀਂ ਕਰੇਗਾ। ਆਪਾਂ ਦੇਖਦੇ ਹੁਣ ਵੀ ਵਿਆਹਾਂ ਦੇ ਉੱਪਰ ਵਿਆਹ ਵਾਲੇ ਮੁੰਡੇ ਨੂੰ ਘੋੜੀ 'ਤੇ ਬਿਠਾਇਆ ਜਾਂਦਾ ਹੈ। ਘੋੜੀ ਗੁਲਾਮੀ ਦੀ ਨਿਸ਼ਾਨੀ ਹੈ। ਇਹ ਸਾਡਾ ਤਿਉਹਾਰ ਨਹੀਂ ਗਾ ਵੀ ਘੋੜੀ 'ਤੇ ਬਿਠਾੜ ਕੇ ਵਾਹ ਗੁੰਦਣੀ। ਸਾਡੀ ਸਰਦਾਰੀ ਸੀ ਘੋੜੇ 'ਤੇ ਬੈਠਣਾ। ਇਹ ਘੋੜੀ ਜਿਹੜੀ ਸੀ, ਇਹ ਸਿਰਫ ਵਿਆਹ 'ਤੇ ਉਹ ਵਰਤ ਸਕਦੇ, ਇਹ ਗੁਲਾਮੀ ਦੀ ਨਿਸ਼ਾਨੀ ਸੀ। ਇਹ ਗੁਲਾਮ ਸੀ ਉਹ ਲੋਕ। ਘੋੜੇ ਦੀ ਸਵਾਰੀ ਨਹੀਂ ਕਰ ਸਕਦੇ, ਸ਼ਸਤਰ ਨਹੀਂ ਰੱਖ ਸਕਦੇ, ਸਿਰ ਦੇ ਉੱਪਰ ਦਸਤਾਰ ਜਿਹੜੀ ਸੀ ਉਹ ਨਹੀਂ ਸੀ ਬੰਨ੍ਹ ਸਕਦੇ। ਜਦੋਂ ਕੋਈ ਹਾਕਮ ਆਉਂਦਾ ਸੀ, ਨੰਗੇ ਸਿਰ ਹੋ ਕੇ, ਸਿਰ ਦੇ ਉੱਪਰ ਜੇ ਕੋਈ ਕੱਪੜਾ ਵੀ ਹੁੰਦਾ ਸੀ ਉਹਨੂੰ ਉਤਾਰ ਕੇ ਸਿਰ ਨੀਵਾਂ ਕਰਕੇ ਹਾਕਮ ਨੂੰ ਸਿਰ ਝੁਕਾਉਣਾ ਪੈਂਦਾ ਸੀ। ਉਸ ਵੇਲੇ ਦੀ ਪਰੰਪਰਾ ਸੀ। ਕੋਈ
ਕਵੀ ਦਰਬਾਰ ਨਹੀਂ ਹੋ ਸਕਦਾ, ਕੋਈ ਕਵਿਤਾ ਨਹੀਂ ਲਿਖ ਸਕਦਾ। ਹਾਲਾਂਕਿ ਔਰੰਗਜ਼ੇਬ ਦੀ ਆਪਣੀ ਪੁੱਤਰੀ ਜੌਬਲ ਨਿਸਾ ਜਿਹੜੀ ਸੀ, ਉਹ ਬਹੁਤ ਵੱਡੀ ਇੱਕ ਕਵਿਤਾ ਲਿਖਣ ਵਾਲੀ ਸੀ, ਬੜੀ ਵੱਡੀ ਵਿਦਵਾਨ ਸੀ। ਜਦ ਕਿ ਔਰੰਗਜ਼ੇਬ ਜਿਹੜਾ ਸੀ, ਉਹਨੇ ਸਖਤ ਮਨਾਹੀ ਕੀਤੀ ਹੋਈ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਉਂਦਾ ਹੈ, ਵਕਤ ਆਉਂਦਾ ਹੈ, ਜਦੋਂ 11 ਨਵੰਬਰ 1675 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਹੁੰਦੇ ਨੇ। ਤੇ ਭਾਈ ਜੈਤਾ ਜੀ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਹੈ। ਉਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਸੀ, ਭਾਈ ਜੈਤਿਆ ਕੋਈ ਹੋਰ ਵੀ ਸਿੱਖ ਹੈਗਾ ਸੀ ਉੱਥੇ? ਉਹਨੇ ਕਿਹਾ, ਮਹਾਰਾਜ ਸਿੱਖਾਂ ਦੀ ਗਿਣਤੀ ਤੇ ਬਹੁਤ ਹੈ ਉੱਥੇ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਲੰਬਾ ਸਮਾਂ ਦਿੱਲੀ ਦੀ ਵੀ ਧਰਤੀ ਤੇ ਰਹੇ ਹੈ। ਸਿੱਖੀ ਦੀ ਕਮੀ ਨਹੀਂ, ਸਿੱਖ ਬਹੁਤ ਸਨ, ਪਰ ਪਹਿਚਾਨ ਕਰਨੀ ਬੜੀ ਔਖੀ ਸੀ। ਉਹਨਾਂ ਸਮਿਆਂ ਦੇ ਵਿੱਚ ਤਕਰੀਬਨ ਇੱਕੋ ਜਿਹੇ ਪਹਿਰਾਵੇ ਹੁੰਦੇ ਸੀ, ਕੋਈ ਫਰਕ ਨਹੀਂ ਸੀ ਹੁੰਦਾ। ਤੇ ਮਹਾਰਾਜ ਤਕਰੀਬਨ ਸਾਰਿਆਂ ਨੇ ਨੀਵੀਂ ਪਾਈ ਸੀ। ਸਿੱਖ ਦੇ ਵਿੱਚ ਬਹੁਤ ਹੋਣਗੇ, ਕਿਸੇ ਦੀ ਹਿੰਮਤ ਨਹੀਂ ਸੀ ਉਹ ਅੱਗੇ ਹੋ ਕੇ ਕਹਿ ਸਕੇ ਕਿ ਮੈਂ ਸਿੱਖ ਹਾਂ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ, ਜੈਤਿਆ ਹੁਣ ਉਹ ਸਮਾਂ ਲੰਘ ਗਿਆ ਹੈ, ਹੁਣ ਸਮਾਂ ਆ ਗਿਆ ਹੈ, ਜਿਨ ਕੀ ਜਾਤ ਵਰਨ ਕੁਲ ਨਾਹੀ, ਜਿਨ੍ਹਾਂ ਦੀ ਕੋਈ ਜਾਤ ਨਹੀਂ, ਵਰਨ ਨਹੀਂ, ਕੁਲ ਨਹੀਂ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਮੈਂ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਿਨ੍ਹਾਂ ਨੂੰ ਲੋਕ ਕਦੇ ਸਰਦਾਰ ਨਹੀਂ ਕਹਿ ਸਕਦੇ, ਜਿਨ੍ਹਾਂ ਨੂੰ ਗੁਲਾਮਾਂ ਦੇ ਵਾਂਗੂ ਰੱਖਿਆ ਜਾਂਦਾ ਹੈ, ਜਿਨ੍ਹਾਂ ਨੂੰ ਪੁਜਾਰੀ ਨੇ ਸੂਦਰ ਕਹਿ ਕੇ ਦੁਰਕਾਰਿਆ ਹੈ, ਹੁਣ ਸਮਾਂ ਆ ਗਿਆ ਮੈਂ ਇਹਨਾਂ ਨੂੰ ਸਰਦਾਰ ਬਣਾਵਾਂਗਾ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ, ਹੁਣ ਲੱਖਾਂ ਦੇ ਵਿੱਚ ਮੇਰਾ ਸਿੰਘ ਜਿਹੜਾ ਵੱਖਰਾ ਪਹਿਚਾਣਿਆ ਜਾਵੇਗਾ, ਇੱਕ ਨਵਾਂ ਰੂਪ ਦਿੱਤਾ ਜਾਵੇਗਾ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਹੋਰ ਗੱਲ ਕਿਹੜੇ ਦੀ ਉਸਾਰੀ ਕੀਤੀ। ਤੇ ਇੱਥੇ ਐਰਕੀ ਵੱਡੇ ਪੱਧਰ ਦੇ ਉੱਪਰ ਲੋਕ ਜਿਹੜੇ ਸੀ ਇਕੱਠੇ ਹੋਏ, ਤੇ ਐਰਕੀ ਹੋਲੀ ਦਾ ਦਿਹਾੜਾ ਮਹਾਰਾਜ ਨੇ ਕਿਹਾ ਵੀ ਵੱਡੇ ਪੱਧਰ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਵੇਗਾ। ਲੋਕ ਇਕੱਠੇ ਹੋਏ, ਹੁਕਮਨਾਮੇ ਪਿੰਡਾਂ ਦੇ ਵਿੱਚ ਪਹੁੰਚੇ ਹੈ, ਲੋਕ ਵਹੀਰਾਂ ਘੱਤ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਏ। ਹਜੂਰ ਨੇ ਕਿਹਾ, ਜਿੰਨੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਣਾ ਸ਼ਸਤਰ ਲੈ ਕੇ ਆਵੇ। ਹੁਣ ਲੋਕ ਸ਼ਸਤਰ ਲੈ ਕੇ ਤੇ ਗਏ, ਚਲੇ ਗਏ। ਤੇ ਹੋਲੀ ਤੋਂ ਪਹਿਲਾਂ ਮਹਾਰਾਜ ਸਾਹਿਬ ਨੇ ਉਹਨਾਂ ਦੀਆਂ ਕਲਾਸਾਂ ਲਾ ਕੇ ਉਹਨਾਂ ਦੇ ਅੰਦਰ ਇੱਕ ਬੀਰ ਰਸ ਭਰਨ ਦਾ ਜਿਹੜਾ ਸੀ ਢੰਗ ਵਰਤਿਆ, ਵੀ ਇਹਨਾਂ ਨੂੰ ਸ਼ਸਤਰ ਚਲਾਉਣ ਦਾ ਤਰੀਕਾ ਦੱਸਿਆ ਜਾਵੇ। ਜਦੋਂ ਹਜੂਰ ਨੇ ਕਿਹਾ ਇਹ ਸ਼ਸਤਰ ਚਲਾਉਣੇ ਵੀ ਹੈ, ਤੇ ਥੋੜ ਦਲੀਏ ਜਿਹੜੇ ਸੀ ਉਹ ਸ਼ਸਤਰ ਅੱਗੇ ਰੱਖ ਕੇ ਮਹਾਰਾਜ ਦੇ ਹੱਥ ਜੋੜ ਕੇ ਖਲੋ ਗਏ। ਮਹਾਰਾਜ ਸਾਡਾ ਸੁਭਾਅ ਏ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਨ ਕਬਹੂ ਪਕੜੀ, ਚਿੜੀ ਉਡੇ ਤਉ ਡਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਮਹਾਰਾਜ ਅਸੀਂ ਕਦੇ ਨੰਗੀ ਕਰਦ ਨਹੀਂ ਪਕੜੀ ਹੱਥ ਦੇ ਵਿੱਚ, ਤੇ ਜੇ ਕਿਤੇ ਚਿੜੀ ਲਾਗੇ ਪਰ ਮਾਰ ਦੇਵੇ ਤੇ ਅਸੀਂ ਘਬਰਾ ਜਾਂਦੇ ਹਾਂ, ਡਰ ਜਾਂਦੇ ਹਾਂ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ, ਨਹੀਂ ਹੁਣ ਉਹ ਸਮਾਂ ਨਹੀਂ, ਹੁਣ ਤੇ ਇਹ ਹੋਵੇਗਾ, ਚਿੜੀਆਂ ਸੇ ਮੈਂ ਬਾਜ ਤੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਹੁਣ ਚਿੜੀਆਂ ਬਾਜ ਦੇ ਨਾਲ ਲੜਨਗੀਆਂ, ਮੇਰਾ ਇੱਕ ਇੱਕ ਸਿੱਖ ਜਿਹੜਾ ਸਵਾ ਲੱਖ ਤੇ ਭਾਰੀ ਪਵੇਗਾ। ਇਹ ਸ਼ਸਤਰ ਤੁਹਾਨੂੰ ਚਲਾਉਣੇ ਸਿਖਾਏ ਜਾਣਗੇ। ਸਤਿਗੁਰ ਪਾਤਸ਼ਾਹ ਮਹਾਰਾਜ ਜੀਆਂ ਨੇ ਉਹਨਾਂ ਹੱਥਾਂ ਦੇ ਵਿੱਚ ਸ਼ਸਤਰ ਦੇ ਕੇ ਉਹਨਾਂ ਨੂੰ ਸ਼ਸਤਰ ਵਿਦਿਆ ਦਿੱਤੀ, ਘੋੜ ਸਵਾਰੀ ਦਾ ਢੰਗ ਦੱਸਿਆ, ਸ਼ਿਕਾਰ ਖੇਡਣ ਵਾਸਤੇ ਜਾਣਾ। ਉਹਨਾਂ ਦੇ ਜਿਹੜੀ ਸੁੱਤੀ ਹੋਈ ਜ਼ਮੀਰ ਸੀ, ਸੁੱਤੀ ਹੋਈ ਅਣਖ ਸੀ, ਮਹਾਰਾਜ ਨੇ ਉਹ ਸੁੱਤੀ ਅਣਖ ਨੂੰ ਜਗਾਇਆ, ਉਹਨਾਂ ਦੇ ਅੰਦਰ ਬੀਰ ਰਸ ਭਰਿਆ। ਤੇ ਸ਼ਿਕਾਰ ਖੇਡਣ ਦਾ ਢੰਗ ਇਹ ਸੀ ਵੀ ਜਿਹੜਾ ਜਾਨਵਰ ਤੇ ਦਾ ਸ਼ਿਕਾਰ ਨਹੀਂ ਕਰ ਸਕਦਾ, ਕੱਲ ਨੂੰ ਦੁਸ਼ਮਣ ਤੇ ਹਮਲਾ ਕਿਵੇਂ ਕਰੇਗਾ। ਬੀਰ ਰਸ ਭਰਨਾ ਬੜਾ ਜ਼ਰੂਰੀ ਸੀ, ਕਿਉਂਕਿ ਪੁਜਾਰੀ ਨੇ ਇੱਕ ਵਹਿਮ ਪਾਇਆ ਸੀ ਵੀ ਜਿੰਨੇ ਕੋਈ ਜਾਨਵਰ ਮਾਰ ਦਿੱਤਾ ਉਹਨੂੰ ਪਾਪ ਬੜਾ ਲੱਗਣਾ ਹੈ। ਇਸ ਕਰਕੇ ਲੋਕ ਜਿਹੜੇ ਸੀ ਕੋਈ ਜਾਨਵਰ ਦੀ ਹੱਤਿਆ ਨਹੀਂ ਸੀ ਕਰਦੇ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਅੰਦਰ ਬੀਰ ਰਸ ਭਰਿਆ ਵੀ ਜੇ ਅੱਜ ਜਾਨਵਰ ਤੇ ਹਮਲਾ ਨਹੀਂ ਕਰੇਗਾ, ਕੱਲ ਨੂੰ ਦੁਸ਼ਮਣ ਤੇ ਹੱਲਾ ਕਿਵੇਂ ਕਰੇਗਾ। ਪੁਜਾਰੀ ਨੇ ਇੱਥੋਂ ਤੱਕ ਵਹਿਮ ਪਾਇਆ ਸੀ ਲੋਕਾਂ ਦੇ ਮਨਾਂ ਦੇ ਅੰਦਰ ਕਿ ਜੇ ਕੋਈ ਬ੍ਰਾਹਮਣ ਨੂੰ ਮਾਰ ਦੇਵੇ ਜਾਂ ਬ੍ਰਾਹਮਣ ਦਾ ਕਤਲ ਕਰ ਦੇਵੇ
ਤੇ ਜਿਨੇ 100 ਗਊਆਂ ਕਤਲ ਕੀਤੀਆਂ ਹੋਣ, ਇੱਕ ਬ੍ਰਾਹਮਣ ਦਾ ਇੰਨਾ ਪਾਪ ਲੱਗਦਾ ਹੈ। ਲੋਕ ਬ੍ਰਾਹਮਣ ਤੋਂ ਡਰਿਆ ਕਰਦੇ ਸਨ। ਆਪਣੇ ਆਪ ਨੂੰ ਸੇਫ ਰੱਖਿਆ ਸੀ ਉਹਨਾਂ ਨੇ, ਲੋਕਾਂ ਦੇ ਮਨ ਦੇ ਵਿੱਚ ਇੱਕ ਭੁਲੇਖਾ ਪਾ ਕੇ ਕਿ ਇਹ ਬਹੁਤ ਵੱਡਾ ਪਾਪ ਲੱਗਣਾ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਅਸਲ ਵਿੱਚ ਇਹ ਕੋਈ ਪਾਪ ਨਹੀਂ, ਪਾਪ ਉਦੋਂ ਹੈ ਜਦੋਂ ਤੁਹਾਡੇ ਸਾਹਮਣੇ ਕਿਸੇ ਦੇ ਨਾਲ ਧੱਕਾ ਹੁੰਦਾ ਹੋਵੇ ਤੇ ਤੁਸੀਂ ਕੋਲ ਖੜ ਕੇ ਵੇਖਦੇ ਹੋ। ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟੀ ਦੀ ਹੋਵੇ, ਕਿਸੇ ਦੇ ਨਾਲ ਧੱਕਾ ਹੋ ਰਿਹਾ ਹੋਵੇ ਤੇ ਤੁਸੀਂ ਕੋਲ ਖੜੇ ਆਰਾਮ ਦੇ ਨਾਲ ਦੇਖਦੇ ਪਏ ਜੇ। ਯਾਦ ਰੱਖਿਓ, ਇਹੋ ਜਿਹਾ ਪਾਪ ਨਹੀਂ ਕਦੇ ਬਖਸ਼ਿਆ ਜਾ ਸਕਦਾ। ਸਤਿਗੁਰ ਪਾਤਸ਼ਾਹ ਨੇ ਇਹ ਵੀਰਸ ਭਰ ਕੇ ਸਿੱਖਾਂ ਦੇ ਅੰਦਰ, ਤੇ ਫਿਰ ਹੋਲੀ ਦੇ ਦਿਹਾੜੇ ਤੇ ਹੋਲਗੜ੍ਹ ਜਿਹੜਾ ਕਿਲ੍ਹਾ ਸੀ, ਮਹਾਰਾਜ ਨੇ ਇੱਥੇ ਜਿਹੜਾ ਸੀ ਇੱਕ ਨਵਾਂ ਸਿੱਖਾਂ ਦੇ ਅੰਦਰ ਵੀਰਸ ਭਰਿਆ। ਦੋ ਜਿਹੜੀਆਂ ਸੀ ਉਹ ਪਾਰਟੀਆਂ ਬਣਾ ਕੇ ਇੱਕ ਉਹਨਾਂ ਦਾ ਜਥੇਦਾਰ ਮੁਕਰਰ ਕੀਤਾ ਗਿਆ। ਤੇ ਹੋਲੇ ਦਾ ਅਰਥ ਸੀ ਹੱਲਾ ਕਰਨਾ, ਤੇ ਮਹੱਲੇ ਦਾ ਅਰਥ ਹੈ ਜਾਏ ਹਮਲਾ ਕਰਨਾ, ਹੱਲਾ ਬੋਲਣਾ, ਭਾਵ ਕਿ ਦੁਸ਼ਮਣ ਨੂੰ ਆਪਣੇ ਚਾਰੇ ਪਾਸਿਓਂ ਘੇਰਾ ਪਾ ਕੇ ਉਹਦੇ ਤੇ ਹਮਲਾ ਕਰਨਾ। ਇਹਦਾ ਨਾਂ ਸੀ ਮਹੱਲਾ। ਸਤਿਗੁਰ ਪਾਤਸ਼ਾਹ ਨੇ ਉਹਨਾਂ ਨੂੰ ਦੱਸਿਆ ਕਿਵੇਂ ਦੁਸ਼ਮਣ ਤੇ ਵਾਰ ਕਰਨਾ ਹੈ, ਕਿਵੇਂ ਦੁਸ਼ਮਣ ਨੂੰ ਘੇਰਨਾ ਹੈ। ਸਤਿਗੁਰਾਂ ਨੇ ਇੱਕ ਨਵਾਂ ਵੀਰ ਰਸ ਭਰਿਆ ਸਿੱਖਾਂ ਦੇ ਅੰਦਰ। 100 ਸਾਖੀ ਦੇ ਅੰਦਰ ਇੱਕ ਮਹਾਰਾਜ ਸਾਹਿਬ ਦਾ ਉਸ ਸਮੇਂ ਦਾ ਜ਼ਿਕਰ ਆਉਂਦਾ ਹੈ, ਜਿਹੜੇ ਅੱਗੇ ਹੱਥਾਂ ਦੇ ਵਿੱਚ ਪਿਚਕਾਰੀਆਂ ਪਕੜੀਆਂ ਸੀ, ਹੱਥਾਂ ਦੇ ਵਿੱਚ ਲੋਕ ਜਿਹੜੇ ਸੀ ਮੁੱਠਾਂ ਰੰਗ ਦੀਆਂ ਭਰ ਕੇ ਇੱਕ ਦੂਜੇ ਤੇ ਮਾਰਦੇ ਸੀ। ਉਸ ਵੇਲੇ ਮਹਾਰਾਜ ਨੇ ਕਿਹਾ ਬਾਣ ਚੱਲੇ ਤੇ ਕੁੰਕਮ ਮਾਨੋ। ਬਾਣ ਕਹਿੰਦੇ ਤੀਰ ਨੂੰ, ਕਹਿੰਦੇ ਜਦੋਂ ਤੀਰ ਜਾ ਕੇ ਦੁਸ਼ਮਣ ਦੀ ਛਾਤੀ ਵਿੱਚ ਵੱਜਦਾ ਹੈ ਨਾ, ਤੇ ਉਹਦੇ ਵਿੱਚੋਂ ਖੂਨ ਨਿਕਲਦਾ ਹੈ, ਤੇ ਇਹ ਸਮਝ ਲਓ ਕੇਸਰ ਜਿਹੜਾ ਵਾ ਉਹ ਕੇਸਰ ਦਾ ਰੰਗ ਪੈ ਰਿਹਾ ਹੈ। ਬਾਣ ਚੱਲੇ ਤੇ ਕੁੰਕਮ ਮਾਨੋ, ਮੂਠ ਗਲਾਲ ਕੀ ਸਾਂਗ ਪ੍ਰਹਾਰੀ। ਸਾਂਗ ਕਹਿੰਦੇ ਬਰਸ਼ੀ ਨੂੰ, ਤੇ ਕਹਿੰਦੇ ਜਦੋਂ ਬਰਸ਼ੀ ਦਾ ਵਾਰ ਕਰਨਾ ਹੈ ਉਹ ਇਉਂ ਸਮਝੋ ਕਿ ਜਿਵੇਂ, ਕਿਉਂਕਿ ਬਰਸ਼ੀ ਵੀ ਮੁੱਠ ਦੇ ਵਿੱਚ ਪਕੜ ਕੇ ਮਾਰਦੇ ਹੈ, ਤੇ ਕਹਿੰਦੇ ਇਹ ਸਮਝੋ ਵੀ ਮੁੱਠ ਦੇ ਵਿੱਚ ਰੰਗ ਪਕੜਿਆ ਤੇ ਜਾ ਕੇ ਦੂਜੇ ਦੇ ਉੱਪਰ ਪਾ ਦਿੱਤਾ ਹੈ। ਢੰਗ ਮਹਾਰਾਜ ਦਾ ਵੀਰ ਰਸ ਭਰਨ ਦਾ ਬੜਾ ਤਰੀਕਾ ਵਧੀਆ ਸੀ। ਕਹਿੰਦੇ ਬਾਣ ਚੱਲੇ ਤੇ ਕੁੰਕਮ ਮਾਨੋ, ਮੂਠ ਗਲਾਲ ਕੀ ਸਾਂਗ ਪ੍ਰਹਾਰੀ, ਢਾਲ ਮਨੋ ਡਫ ਮੂਹ ਮਾਲ ਬਣੀ। ਕਹਿੰਦੇ ਜਿਵੇਂ ਇੱਥੇ ਕਹਿੰਦੇ ਸ਼ਿਵ ਜੀ ਦੇ ਗਲ ਦੇ ਵਿੱਚ ਉਹ ਲੋਕਾਂ ਦੀਆਂ ਜਿਹੜੀਆਂ ਸੀ ਉਹ ਸੀਸ ਦੀਆਂ ਜਿਹੜੀਆਂ ਸੀ ਉਹਨੇ ਗਲ ਦੇ ਵਿੱਚ ਮਾਲਾ ਪਾਈ ਸੀ, ਤੇ ਸਿੱਖ ਨੇ ਆਪਣਾ ਢਾਲ ਜਿਹੜੀ ਹੈ ਉਹ ਦੁਸ਼ਮਣ ਦੇ ਵਾਰ ਤੋਂ ਬਚਾਉਣੀ ਹੈ। ਇਹ ਸਮਝ ਲਓ ਕਿ ਮਾਲਾ ਜਿਹੜੀ ਹੈ ਇਹ ਜਿਹੜੀ ਹੈ ਇਹ ਮੋਤੀਆਂ ਦੀ ਮਾਲਾ ਗਲ ਵਿੱਚ ਪਾਈ ਹੈ। ਸਤਿਗੁਰ ਪਾਤਸ਼ਾਹ ਨੇ ਬੜੇ ਢੰਗ ਦੇ ਨਾਲ ਇਹ ਗੁਰਸਿੱਖਾਂ ਦੇ ਅੰਦਰ ਜਿਹੜਾ ਸੀ ਹੱਥ ਨਾਲ ਬੰਦੂਕ ਚੱਲੇ ਪਿਚਕਾਰੀ। ਕਹਿੰਦੇ ਜਿਹੜੀ ਪਿਚਕਾਰੀ ਮਾਰਨੀ ਹੈ ਇਹ ਮਾਨੋ ਹੱਥ ਨਾਲ ਜਦੋਂ ਬੰਦੂਕ ਚੱਲਦੀ ਹੈ, ਇਹ ਸਮਝ ਲਓ ਕਿ ਪਿਚਕਾਰੀ ਮਾਰਦੇ ਆ ਤੁਸੀਂ ਰੰਗ ਦੀ ਭਰ ਕੇ, ਜਿਵੇਂ ਅੱਜ ਕੱਲ੍ਹ ਬੱਚੇ ਨਹੀਂ ਉਹ ਪਿਚਕਾਰੀਆਂ ਭਰ ਕੇ ਮਾਰਦੇ। ਸਤਿਗੁਰ ਪਾਤਸ਼ਾਹ ਕਹਿੰਦੇ ਦੁਸ਼ਮਣ ਤੇ ਵਾਰ ਕਰਨਾ, ਬੰਦੂਕ ਦਾ ਜਦੋਂ ਵਾਰ ਕਰਨਾ, ਗੋਲੀ ਚਲਾਉਣੀ, ਤੇ ਸਮਝ ਲਓ ਇਹ ਪਿਚਕਾਰੀ ਮਾਰੀ ਹੈ। ਤੇ ਇਸੇ ਤਰ੍ਹਾਂ ਸਤਿਗੁਰ ਪਾਤਸ਼ਾਹ ਨੇ ਕਿਹਾ ਖੇਲਤ ਫਾਗ ਕਿ ਵੀਰ ਲਰੇ। ਕਹਿੰਦੇ ਇਹ ਫਾਗ ਕਹਿੰਦੇ ਹੈ ਫੱਗਣ ਭਾਵ ਕਿ ਹੋਲੀ, ਜਦੋਂ ਵੀਰ ਦੁਸ਼ਮਣ ਦੇ ਉੱਪਰ ਜਿਹੜੇ ਯੋਧੇ ਜਿਹੜੇ ਸੂਰਮੇ ਇੱਕ ਦੂਜੇ ਤੇ ਵਾਰ ਕਰਦੇ ਆ ਨਾ, ਇਹ ਸਮਝੋ ਕਿ ਸਾਹਮਣੇ ਮੈਦਾਨ ਵਿੱਚ ਹੋਲੀ ਖੇਡਦੇ ਆ। ਇਸ ਢੰਗ ਦੇ ਨਾਲ ਸਤਿਗੁਰ ਪਾਤਸ਼ਾਹ ਨੇ ਵੀਰ ਰਸ ਭਰਿਆ ਸਿੱਖਾਂ ਯੋਧਿਆਂ ਦੇ ਅੰਦਰ, ਤੇ ਢੰਗ ਜਿਹੜਾ ਸੀ ਬਦਲ ਦਿੱਤਾ। ਸਤਿਗੁਰ ਪਾਤਸ਼ਾਹ ਨੇ ਉਹ ਢੰਗ ਜਿਹੜਾ ਸੀ ਨਵੇਂ ਤਰੀਕੇ ਦਾ ਕਰ ਦਿੱਤਾ ਵੀ ਹੁਣ ਕਿਸੇ ਦੇ ਉੱਪਰ ਮਿੱਟੀ ਘੱਟਾ ਨਹੀਂ ਪਾਉਣਾ, ਕਿਸੇ ਦੇ ਉੱਪਰ ਜਿਹੜਾ ਹੋਰ ਰੰਗ ਨਹੀਂ ਪਾਉਣਾ, ਗੰਦਗੀ ਨਹੀਂ ਪਾਉਣੀ, ਤੁਸੀਂ ਸਰਦਾਰ ਬਣਨਾ ਤੇ ਸਰਦਾਰਾਂ ਵਾਲਾ ਹੋਲਾ ਖੇਡਣਾ। ਜੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਤੇ ਮੱਲ ਅਖਾੜਾ ਬਣਾਇਆ ਪਹਿਲਾਂ, ਇਹਦਾ ਮਤਲਬ ਤਿਆਰੀ ਸੀ ਕਿ 10ਵੇਂ ਜਾਮੇ ਤੱਕ ਤੁਹਾਡੇ ਸਰੀਰ ਦੇ ਵਿੱਚ ਤਾਕਤ ਚਾਹੀਦੀ ਹੈ। ਤੁਹਾਡਾ ਸਰੀਰ ਤਾਕਤਵਰ ਹੋਵੇਗਾ, ਤੁਹਾਡੇ ਸਰੀਰ ਵਿੱਚ ਤਾਕਤ ਹੋਵੇਗੀ, ਤੇ ਫਿਰ ਹੀ ਤੁਸੀਂ ਕੱਲ੍ਹ ਨੂੰ ਜਿਹੜਾ ਵਾ, ਜੇ ਬਾਹਾਂ ਦੇ ਵਿੱਚ ਤਾਕਤ ਹੈ, ਕੱਲ੍ਹ ਨੂੰ ਬਾਹਾਂ ਨੇ ਤਲਵਾਰ ਵੀ ਚਲਾਉਣੀ ਹੈ। ਬਾਹਾਂ ਵਿੱਚ ਤਾਕਤ ਹੋਵੇਗੀ, ਇਹ ਬਰਸ਼ੀਆਂ ਵੀ ਚਲਾਉਣੀਆਂ ਹੈ। ਪਰ ਅੱਜ ਦੇ ਸਾਧ ਲਾਣੇ ਨੇ ਸਾਡੇ ਹੱਥਾਂ ਵਿੱਚ ਮਾਲਾ ਫੜਾ ਦਿੱਤੀਆਂ ਵੀ ਚੌਂਕੜਾ ਮਾਰ ਕੇ ਬਹਿ ਜਾਓ, ਅੱਖਾਂ ਬੰਦ ਕਰਕੇ ਬਗਲੇ ਦੇ ਵਾਂਗੂ, ਕੋਈ ਲੋੜ ਨਹੀਂ ਬਾਹਰ ਵੇਖਣ ਦੀ, ਜੋ ਕਰਦਾ ਹੈ ਕਰਨ ਦਿਓ। ਇਹ ਜੇ ਤੁਸੀਂ ਨਿੰਦਿਆ ਕਰੋਗੇ ਤੇ ਤੁਹਾਨੂੰ ਪਾਪ ਲੱਗੇਗਾ। ਨਹੀਂ, ਮਹਾਰਾਜ ਨੇ ਕਿਹਾ ਤੇਰਾ ਫਰਜ਼ ਹੈ ਸੱਚ ਬੋਲਣ ਦਾ। ਕੰਡੇ ਨੂੰ ਕੰਡਾ ਕਹਿਣਾ, ਫੁੱਲ ਨੂੰ ਫੁੱਲ ਕਹਿਣਾ।
ਇਹ ਸਾਡਾ ਫਰਜ਼ ਹੈ। ਸਚਾਈ ਜਿਹੜੀ ਹੈ ਮਹਾਰਾਜ ਸਾਹਿਬ ਨੇ ਵੱਡੇ ਪੱਧਰ ਤੇ ਉਹਨਾਂ ਸਮਿਆਂ ਦੇ ਵਿੱਚ ਵੀ ਜਿਹੜੇ ਨਕਲੀ ਸਾਧ ਬਣੇ ਸੀ ਉਹਨਾਂ ਦੇ ਵੀ ਮਹਾਰਾਜ ਨੇ ਪਾਜ ਉਘੇੜੇ ਜਾ ਕੇ, ਗੁਰੂ ਨਾਨਕ ਸਾਹਿਬ ਨੇ ਜੋਗੀਆਂ ਦੇ ਕੋਲ ਜਾ ਕੇ, ਸਿੱਧਾਂ ਦੇ ਕੋਲ ਜਾ ਕੇ, ਕਾਜ਼ੀਆਂ ਮੁੱਲਾਂ ਦੇ ਕੋਲ ਜਾ ਕੇ ਮਹਾਰਾਜ ਨੇ ਉਹਨਾਂ ਨੂੰ ਵੰਗਾਰਿਆ ਸੀ ਵੀ ਤੁਸੀਂ ਕਰਦੇ ਕੀ ਜੇ। ਤੁਹਾਡਾ ਧਰਮ ਦਾ ਬਾਣਾ ਤੇ ਹੋ ਸਕਦਾ ਪਰ ਅੰਦਰੋਂ ਤੁਸੀਂ ਧਰਮੀ ਨਹੀਂ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੇ ਕਿਹਾ ਵੀ ਨਹੀਂ, ਤੁਸੀਂ ਮਾਲਾ ਪਕੜ ਕੇ ਨਹੀਂ, ਇਹ ਹੱਥ ਦੇ ਵਿੱਚ ਹੁਣ ਤਲਵਾਰ ਚੱਲੇਗੀ। ਜੇ ਕੌਮ ਨੂੰ ਇੱਕ ਨਵੀਂ ਸੇਧ ਦੇਣੀ ਹੈ, ਗੁਲਾਮੀ ਦੀਆਂ ਜੰਜੀਰਾਂ ਤੋੜਨੀਆਂ, ਉਹਦੇ ਵਾਸਤੇ ਪਹਿਲਾਂ ਤਿਆਰੀ ਕਰਨੀ ਬੜੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹੀ ਤੇ ਵੇਖਿਆ ਸੀ ਏਮਨਾਬਾਦ ਦੀ ਧਰਤੀ ਦੇ ਉੱਪਰ ਕਿ ਜਿਹੜੇ ਉਸ ਟਾਈਮ ਤੇ ਥੋੜ੍ਹੇ ਬਹੁਤੇ ਸੂਰਮੇ ਸੀ, ਜਦੋਂ ਬਾਬਰ ਚੜ੍ਹਾਈ ਕਰਕੇ ਆਉਂਦਾ ਏ ਤੇ ਉਹਨਾਂ ਨੇ ਵੀ ਜਾ ਕੇ ਆਪਣੇ ਧਰਮੀ ਗੁਰੂ ਬ੍ਰਾਹਮਣ ਨੂੰ ਜਾ ਕੇ ਪੁੱਛਿਆ ਵੀ ਬਾਬਰ ਚੜ੍ਹਾਈ ਕਰਕੇ ਆ ਰਿਹਾ, ਕੀ ਕਰਨਾ ਚਾਹੀਦਾ। ਕਹਿੰਦੇ ਘਬਰਾਓ ਨਾ ਤੁਸੀਂ, ਅਸੀਂ ਮੰਦਰ ਦੇ ਵਿੱਚ ਜਾ ਕੇ ਮੰਤਰ ਪੜ੍ਹਨੇ ਹੈ, ਬਾਬਰ ਦੀ ਫੌਜ ਅੰਨ੍ਹਿਆ ਹੋ ਜਾਣੀ, ਤੁਹਾਨੂੰ ਲੜਨ ਦੀ ਕੀ ਲੋੜ ਹੈ। ਤੇ ਅੱਜ ਵੀ ਸਾਨੂੰ ਕੀ ਕਿਹਾ ਜਾਂਦਾ ਹੈ, ਕਹਿੰਦੇ ਜੇ ਕੋਈ ਚੜ੍ਹਾਈ ਕਰਕੇ ਆਉਂਦਾ ਤੇ ਅਰਦਾਸ ਕਰੋ ਤੁਸੀਂ। ਉਸ ਸਮੇਂ ਦੇ ਪੁਜਾਰੀ ਨੇ ਕਿਹਾ ਸੀ ਅਸੀਂ ਮੰਤਰ ਪੜ੍ਹਾਂਗੇ ਉਹ ਅੰਨਾ ਹੋ ਜਾਵੇਗਾ, ਤੇ ਅੱਜ ਕਿਹਾ ਜਾਂਦਾ ਤੁਸੀਂ ਅਰਦਾਸ ਕਰੋ ਬਸ। ਨਹੀਂ, ਗੁਰੂ ਸਾਹਿਬ ਨੇ ਕਿਹਾ ਨਹੀਂ, ਅਰਦਾਸ ਨਹੀਂ, ਤੇਰੇ ਕੋਲ ਆਪਣੀ ਵੀ ਕੁਝ ਕਰਤ ਵਿਦਿਆ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਪਣੀ ਕਰਤ ਵਿਦਿਆ ਸੀ। ਸਤਿਗੁਰ ਪਾਤਸ਼ਾਹ ਦੇ ਟਾਈਮ ਦੇ ਉੱਪਰ ਪੰਡਿਤ ਕੇਸੋ ਦਾਸ ਤੇ ਕਾਲੀਦਾਸ ਜਿਹੜੇ ਬਹੁਤ ਉਸ ਸਮੇਂ ਦੇ ਮਸ਼ਹੂਰ ਪੰਡਿਤ ਸੀ, ਰਾਜੇ ਮਹਾਰਾਜੇ ਉਹਨਾਂ ਤੋਂ ਡਰਿਆ ਕਰਦੇ ਸਨ, ਕਿਉਂਕਿ ਉਹਨਾਂ ਦੇ ਬਾਰੇ ਇੱਕ ਇਹ ਮਸ਼ਹੂਰੀ ਸੀ ਵੀ ਇਹ ਕਾਲੀ ਦੇਵੀ ਨੂੰ ਪ੍ਰਗਟ ਕਰ ਦਿੰਦੇ ਹੈ। ਚੰਡੀ ਦੇਵੀ ਜਿਹੜੀ ਹੈ ਪ੍ਰਗਟ ਹੋ ਜਾਂਦੀ ਹੈ ਜਦੋਂ ਇਹ ਮੰਤਰ ਪੜ੍ਹਦੇ ਹੈ। ਤੇ 10ਵੇਂ ਪਾਤਸ਼ਾਹ ਮਹਾਰਾਜ ਨੂੰ ਵੀ ਕਿਸੇ ਨੇ ਆ ਕੇ ਦੱਸਿਆ, ਮਹਾਰਾਜ ਪੰਡਿਤ ਕੇਸੋ ਦਾਸ ਤੇ ਕਾਲੀਦਾਸ ਜਿਹੜੇ ਹੈ ਨਾ ਉਹ ਚੰਡੀ ਨੂੰ ਪ੍ਰਗਟ ਕਰ ਦਿੰਦੇ ਹੈ ਤੇ ਫਿਰ ਚੰਡੀ ਵਰ ਦਿੰਦੀ ਹੈ। ਮਹਾਰਾਜ ਸਾਹਿਬ ਨੇ ਕਿਹਾ ਵੀ ਸਿੱਖਾਂ ਦੇ ਮਨਾਂ ਦੇ ਉੱਪਰ ਵੀ ਇਸ ਚੀਜ਼ ਦਾ ਅਸਰ ਹੋ ਗਿਆ ਹੈ। ਇਸ ਚੀਜ਼ ਦਾ ਹੁਣੇ ਹੀ ਜਿਹੜਾ ਵਾ ਇਹ ਅਸਰ ਇਹਨਾਂ ਦੇ ਮਨਾਂ ਵਿੱਚੋਂ ਕੱਢਿਆ ਜਾਵੇ ਤੇ ਠੀਕ ਹੈ, ਨਹੀਂ ਤੇ ਬਿਮਾਰੀ ਵੱਡੀ ਬਣ ਜਾਵੇਗੀ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ ਪੰਡਿਤ ਕੇਸੋ ਦਾਸ ਤੇ ਕਾਲੀਦਾਸ ਨੂੰ ਬੁਲਾਇਆ ਜਾਵੇ। ਪੰਡਿਤ ਕੇਸੋ ਦਾਸ ਤੇ ਕਾਲੀਦਾਸ ਆਉਂਦੇ ਹੈ। ਮਹਾਰਾਜ ਕਹਿੰਦੇ ਪੰਡਿਤ ਜੀ ਅਸੀਂ ਸੁਣਿਆ ਤੁਸੀਂ ਚੰਡੀ ਪ੍ਰਗਟ ਕਰ ਦਿੰਦੇ। ਕਹਿੰਦੇ ਕੋਈ ਸ਼ੱਕ, ਅਸੀਂ ਪ੍ਰਗਟ ਕਰਦੇ ਹਾਂ। ਮਹਾਰਾਜ ਕਹਿੰਦੇ ਫਿਰ ਅਸੀਂ ਪ੍ਰਗਟ ਕਰਨੀ ਚਾਹੁੰਦੇ ਹਾਂ। ਕਹਿੰਦੇ ਠੀਕ ਹੈ, ਇਹਦੇ ਵਾਸਤੇ ਘੱਟੋ ਘੱਟ 1.25 ਲੱਖ ਦੀ ਸਮੱਗਰੀ ਲੱਗੇਗੀ। ਉਸ ਸਮੇਂ ਦਾ 1.25 ਲੱਖ ਅੱਜ ਦਾ 1.25 ਕਰੋੜ ਰੁਪਈਆ ਹੋਵੇਗਾ। ਉਹ ਕਹਿੰਦੇ ਘੱਟੋ ਘੱਟ 1.25 ਲੱਖ ਦੀ ਸਮੱਗਰੀ ਲੱਗੇਗੀ। ਮਹਾਰਾਜ ਕਹਿੰਦੇ ਕੋਈ ਨਹੀਂ, ਸਮੱਗਰੀ ਸਾਨੂੰ ਲਿਖ ਦਿਓ, ਸਮੱਗਰੀ ਪਹੁੰਚਦੀ ਕਰ ਦਿੰਦੇ ਆ। ਸਮੱਗਰੀ ਪਹੁੰਚ ਗਈ ਤੇ ਜਿੱਥੇ ਨੈਣਾ ਦੇਵੀ ਦਾ ਟਿੱਲਾ ਹੈ ਇਸ ਜਗ੍ਹਾ ਦੇ ਉੱਪਰ ਉਹਨਾਂ ਪੰਡਤਾਂ ਨੇ ਜਿਹੜਾ ਸੀ ਆਪਣਾ ਉਹ ਹਵਨ ਕੁੰਡ ਤਿਆਰ ਕੀਤਾ। ਇਹ ਨੈਣਾ ਦੇਵੀ ਵੀ ਜਿਹੜੀ ਹੈ ਆਪਾਂ ਉੱਥੇ ਜਾ ਕੇ ਸਾਡੇ ਸਿੱਖ ਵੀ ਕਹੀ ਜਾਂਦੇ ਵੀ ਇਹ ਨੈਣਾ ਦੇਵੀ ਹੈ। ਅੰਮ੍ਰਿਤ ਰਸ ਪੁਸਤਕ ਦਮਦਮੀ ਟਕਸਾਲ ਦੀ ਪੋਥੀ ਹੈ, ਉਹਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਲਿਖਿਆ ਹੈ ਕਿ ਨੈਣਾ ਜਿਹੜਾ ਸੀ ਗੁੱਜਰ ਸੀ ਤੇ ਦੇਵੀ ਇਹਦੇ ਘਰਵਾਲੀ ਦਾ ਨਾਂ ਸੀ। ਇਹ ਇੱਥੇ ਭੇਡਾਂ ਬੱਕਰੀਆਂ ਚਾਰਿਆ ਕਰਦੇ ਸਨ ਇਸ ਜਗ੍ਹਾ ਦੇ ਉੱਪਰ। ਇੱਥੇ ਹੀ ਇਹਨਾਂ ਦੀ ਮੌਤ ਹੋ ਗਈ ਤੇ ਉਹ ਨੈਣਾ ਤੇ ਦੇਵੀ ਦੇ ਨਾਂ ਦੇ ਉੱਪਰ ਕਿਸੇ ਨੇ ਛੋਟਾ ਜਿਹਾ ਜਿਹੜਾ ਸੀ ਉਹ ਆੜਾ ਬਣਾ ਦਿੱਤਾ। ਬਾਅਦ 'ਚ ਕਿਸੇ ਨੇ ਜਿਉਣੇ ਮੋੜ ਵਾਲੀ ਘਟਨਾ ਜੋੜ ਦਿੱਤੀ ਤੇ ਉੱਥੇ ਅੱਜ ਵੱਡਾ ਮੰਦਿਰ ਜਿਹੜਾ ਸੀ ਉਹ ਨੈਣਾ ਦੇਵੀ ਦਾ ਕਰਕੇ ਬਣਾ ਦਿੱਤਾ, ਜਦ ਕਿ ਨੈਣਾ ਗੁੱਜਰ ਸੀ ਤੇ ਦੇਵੀ ਇਹਦੇ ਘਰ ਵਾਲੀ ਸੀ। ਪਰ ਅਸੀਂ ਉਹ ਨੈਣਾ ਦੇਵੀ ਇੱਕ ਵੱਖਰੀ ਬਣਾ ਕੇ ਬਹਿ ਗਏ। ਅਸੀਂ ਕਿਹੜੀ ਪੜਤਾਲ ਕਰਨੀ ਹੁੰਦੀ ਹੈ, ਕਿਤੇ ਵੀ ਕੋਈ ਹਰੀ ਚਾਦਰ ਵੀ ਪਾਈ ਹੋਵੇ, ਬਸ ਇੰਨੀ ਕਿ ਸਾਨੂੰ ਕਹਿਣਾ ਚਾਹੀਦਾ ਵੀ ਇਹ ਜਗ੍ਹਾ ਬੜੀ ਜਾਰੀ ਹੈ। ਫਲਾਣੇ ਨੇ ਇੱਥੇ ਅਰਦਾਸ ਕੀਤੀ ਸੀ, ਉਹਦੇ ਮੁੰਡੇ ਦਾ ਵੀਜ਼ਾ ਲੱਗ ਗਿਆ। ਫਲਾਣਾ ਇੱਥੇ ਆ ਕੇ ਤੇ ਉਹ ਤੇਲ ਪਾ ਕੇ ਗਿਆ ਸੀ, ਉਹਨਾਂ ਦਾ ਸਾਰੇ ਟੱਬਰ ਹੀ ਅਮਰੀਕਾ ਚਲੇ ਗਿਆ। ਤੇ ਆਪਾਂ ਕਿਹਾ ਵੀ ਚਲੋ ਜੇ 5 ਰੁਪਈਆਂ ਦਾ ਵੀਰਵਾਰ ਤੇਲ ਪਾਉਣ ਦੇ ਨਾਲ ਤੇ ਵੀਜ਼ਾ ਲੱਗਦਾ ਤੇ ਆਪਾਂ ਨੂੰ ਕਿਹੜੀ ਗੱਲ ਹੈ। ਹੁਣ ਆਪਾਂ ਇੱਥੇ ਆ ਜਹਾਜ਼ ਚੜਾਉਣੇ ਹੀ ਆ ਨਾ ਜਾ ਕੇ ਤੱਲਣ, ਉਹ ਬਾਹਰ ਬੈਠੇ ਹੈ। ਤੇ ਜੇ ਵਾਕਿਆ ਜਹਾਜ਼ਾਂ ਦੇ ਨਾਲ ਕਿਤੇ ਵੀਜ਼ਾ ਲੱਗਦਾ ਹੋਵੇ ਅਮਰੀਕਾ ਕੈਨੇਡਾ ਦਾ, ਤੇ ਜਿਹੜੇ ਵਿਚਾਰੇ ਬਾਹਰ ਉਹ 30-40 ਰੁਪਈਆਂ ਦੇ ਜਹਾਜ਼ ਵੇਚਦੇ ਹੈ ਤੇ ਉਹ ਇਕੱਠੇ 5-7 ਚੜਾ ਕੇ ਤੇ ਰਮਾਨ ਨਾਲ ਅਮਰੀਕਾ ਕੈਨੇਡਾ ਜਾਣ, ਉਹਨਾਂ ਨੂੰ ਕੀ ਲੋੜ, ਇੱਥੇ ਵਿਚਾਰੇ ਧੱਕੇ ਖਾਂਦੇ ਫਿਰਦੇ ਆ। ਵੀ ਸਾਡਾ ਜਹਾਜ਼ ਚੜਾਇਆ ਤੇ ਸਾਡਾ ਵੀਜ਼ਾ ਲੱਗ ਜਾਂਦਾ ਏ ਤੇ ਉਹ ਵਿਚਾਰੇ ਜਿਹੜੇ ਦੁਕਾਨਾਂ ਲਾ ਕੇ ਬੈਠੇ ਰੁੜੇ ਪਏ, ਉਹ ਤਰਲੇ ਲੈਂਦੇ ਜੀ ਆ ਜਹਾਜ਼ ਲੈ ਲਓ, ਜਹਾਜ਼ ਚੜਾ ਦਿਓ। ਤੇ ਉਹਨਾਂ ਨੂੰ ਸਮਝਾਵੇ ਵੀ ਭਲਿਆ ਵੀ ਸਾਡਾ ਵੀਜ਼ਾ ਜੋ ਲਵਾਉਣ ਡਿਆ ਤੂੰ ਜਹਾਜ਼ ਚੜਾ ਕੇ, ਤੇ ਤੁਸੀਂ ਆ ਸਾਰੇ ਜਾਣੇ ਜਾਓ ਤੇ ਅੰਦਰ ਜਾ ਕੇ ਜਹਾਜ਼ ਚੜਾ ਕੇ ਆਓ, ਤੇ ਕੀ ਪਤਾ ਤੁਸੀਂ ਵੀ ਜਹਾਜ਼ੇ ਚੜ੍ਹ ਜਾਓ, ਤੁਹਾਡਾ ਵੀ ਅਮਰੀਕਾ ਦਾ ਵੀਜ਼ਾ ਲੱਗ ਜਾਵੇ, ਤੁਹਾਡੀ ਗਰੀਬੀ ਨਿਕਲ ਜਾਵੇ।
ਉਹਨਾਂ ਦੀ ਦੁਕਾਨਦਾਰੀ ਹੈ। ਉਹਨਾਂ ਨੇ ਸਾਨੂੰ ਕਹਿਣਾ ਵੀ ਜਹਾਜ਼ ਚੜਾਓ। ਇਸੇ ਤਰ੍ਹਾਂ ਪੁਜਾਰੀ ਦੀ ਦੁਕਾਨਦਾਰੀ ਹੈ। ਪੁਜਾਰੀ ਨੇ ਕਹਿਣਾ ਜੀ ਆਹ ਕੰਮ ਕਰੋ, ਪਰ ਅਸੀਂ ਕਰਦੇ ਹਾਂ ਪੁਜਾਰੀ ਦੇ ਮਗਰ ਲੱਗ ਕੇ। ਹੁਣ ਪੰਡਿਤ ਕੇਸੋ ਦਾਸ ਤੇ ਕਾਲੀ ਦਾਸ ਜਿਹੜੇ ਨੇ, ਇਹਨਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਵੀ ਸਮੱਗਰੀ ਆ ਜਾਵੇਗੀ। ਸਮੱਗਰੀ ਆ ਗਈ। ਨੈਣਾ ਦੇਵੀ ਦੇ ਟਿੱਲੇ ਦੇ ਉੱਪਰ ਉਹਨਾਂ ਨੇ ਆਪਣਾ ਹਵਨ ਕੁੰਡ ਬਣਾਇਆ। ਉਹਨਾਂ ਨੇ ਸ਼ੁਰੂ ਕਰ ਦਿੱਤਾ ਕੰਮ। ਤਕਰੀਬਨ 15 ਕੁ ਦਿਨ ਲੰਘ ਗਏ। 40 ਦਿਨ ਦਾ ਉਹਨਾਂ ਨੇ ਸਮਾਂ ਲਿਆ ਸੀ ਵੀ 40 ਦਿਨਾਂ ਦੇ ਅੰਦਰ ਅੰਦਰ ਚੰਡੀ ਪ੍ਰਗਟ ਕਰ ਦੇਵਾਂਗੇ ਅਸੀਂ। ਮਹਾਰਾਜ ਕਹਿੰਦੇ ਠੀਕ ਹੈ। 15 ਦਿਨ ਬੀਤ ਗਏ। ਸਤਿਗੁਰ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਡਿਤ ਕੇਸੋ ਦਾਸ ਤੇ ਕਾਲੀ ਦਾਸ ਨੂੰ ਬੁਲਾ ਕੇ ਪੁੱਛਦੇ, ਪੰਡਿਤ ਜੀ ਦੇਵੀ ਕਿੱਥੇ ਕ ਪਹੁੰਚੀ ਹੈ? ਸਤਿਗੁਰ ਪਾਤਸ਼ਾਹ ਮਹਾਰਾਜ ਨਾਲੇ ਤਲਵਾਰ ਜਿਹੜੀ ਸੀ ਮਿਆਨ ਚੋਂ ਕਦੇ ਕੱਢਦੇ ਆ ਤੇ ਕਦੇ ਮਿਆਨ 'ਚ ਪਾਉਂਦੇ ਆ। ਸਤਿਗੁਰ ਪਾਤਸ਼ਾਹ ਦੇ ਚਿਹਰਾ ਬੜਾ ਜਲਾਲ ਵਾਲਾ ਸੀ, ਨੇਤਰਾਂ ਦੇ ਵਿੱਚ ਵੀਰ ਰਸ ਹੁੰਦਾ ਸੀ ਸਤਿਗੁਰੂ ਦਸਵੇਂ ਪਾਤਸ਼ਾਹ ਦੇ। ਉਹ ਪੰਡਿਤ ਜਿਹੜੇ ਅਸੀਂ ਕੰਬ ਗਏ ਅੰਦਰੋਂ, ਜਦੋਂ ਮਹਾਰਾਜ ਉਹਨਾਂ ਦੇ ਸਾਹਮਣੇ ਕਦੀ ਮਿਆਨ 'ਚੋਂ ਤਲਵਾਰ ਪਾ ਲੈਂਦੇ ਤੇ ਕਦੀ ਕੱਢ ਲੈਂਦੇ ਆ ਨਾ, ਤੇ ਉਹ ਅੰਦਰੋਂ ਹਿੱਲ ਕੇ ਡਰ ਗਏ। ਜਿਹੜਾ ਬੰਦਾ ਝੂਠਾ ਹੁੰਦਾ ਇਹ ਪੈਰਾਂ ਤੋਂ ਬੜੀ ਛੇਤੀ ਨਿਕਲਦਾ ਹੈ, ਘਬਰਾ ਜਾਂਦਾ ਹੈ। ਉਹ ਘਬਰਾ ਕੇ ਕਹਿੰਦੇ ਮਹਾਰਾਜ ਤੁਸੀਂ ਘਬਰਾਓ ਨਾ, ਛੇਤੀ ਇਹ ਦੇਵੀ ਪ੍ਰਗਟ ਹੋ ਜਾਵੇਗੀ। ਪਰ ਹੁਣ ਇਹਨਾਂ ਦੇ ਇੱਕ ਹੋਰ ਝੂਠ, ਸਾਹਿਬਜ਼ਾਦਾ ਅਜੀਤ ਸਿੰਘ ਸਾਹਮਣੇ ਖੜਾ ਸੀ। ਕਹਿੰਦੇ ਮਹਾਰਾਜ ਕੋਈ ਉੱਚਾ ਘਰਾਣਾ ਹੋਵੇ ਤੇ ਕਿਸੇ ਬੱਚੇ ਦੀ, ਨੌਜਵਾਨ ਦੀ ਜਿਹੜੀ ਹੈ ਉਹ ਬੜੀ ਦਿੱਤੀ ਜਾਵੇ ਤੇ ਦੇਵੀ ਜਲਦੀ ਪ੍ਰਗਟ ਹੋਵੇਗੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਨ ਕਰਦੀ ਤਲਵਾਰ ਕੱਢ ਕੇ ਮਿਆਨ 'ਚੋਂ ਪੈਂਦੇ, ਪੰਡਿਤ ਜੀ ਤੁਸੀਂ ਦੋਵੇਂ ਬੜੀ ਉੱਚੀ ਕੁਲ ਘਰਾਣੇ ਦੇ ਜੇ, ਤੁਹਾਡੇ ਦੋਨਾਂ ਦੇ ਵਿੱਚੋਂ ਇੱਕ ਦੀ ਬਲੀ ਦੇ ਦਿੰਦੇ ਆ, ਦੇਵੀ ਛੇਤੀ ਪ੍ਰਗਟ ਹੋਵੇਗੀ। ਬ੍ਰਾਹਮਣ ਦੇ ਖੂਨ ਤੇ ਛੇਤੀ ਖੁਸ਼ ਹੁੰਦੀ ਹੈ। ਇੱਕਦਮ ਲੱਤਾਂ ਕੰਬਣ ਲੱਗ ਪਈਆਂ। ਕਹਿੰਦੇ ਨਹੀਂ ਮਹਾਰਾਜ ਸਾਨੂੰ ਥੋੜ੍ਹਾ ਸਮਾਂ ਦੇ ਦਿਓ, ਦੇਵੀ ਜ਼ਰੂਰ ਪ੍ਰਗਟ ਹੋਵੇਗੀ। ਹੁਣ 5-7 ਦਿਨ ਲੰਘੇ। ਮਹਾਰਾਜ ਨੇ ਪਹਿਰਾ ਪਹਿਲਾਂ ਸਖਤ ਲਾਇਆ ਸੀ ਕਿਤੇ ਦੌੜ ਨਾ ਜਾਣ। ਮਹਾਰਾਜ ਨੇ ਅੱਜ ਸਿੱਖਾਂ ਨੂੰ ਕਿਹਾ ਵੀ ਅੱਜ ਥੋੜ੍ਹਾ ਜਿਹਾ ਪਹਿਰਾ ਢਿੱਲਾ ਕਰ ਦਿਓ, ਕਿਉਂਕਿ ਪਤਾ ਸੀ ਵੀ ਪੰਡਿਤ ਹੁਣ ਨਿਕਲਣਾ ਚਾਹੁੰਦੇ ਹੈ। ਇੱਧਰ 25-30 ਦਿਨ ਦਾ ਸਮਾਂ ਬੀਤ ਗਿਆ। ਅੱਜ ਪਹਿਰਾ ਢਿੱਲਾ ਸੀ ਥੋੜ੍ਹਾ ਜਿਹਾ। ਪੰਡਤਾਂ ਨੇ ਵੇਖਿਆ ਵੀ ਅੱਜ ਮੌਕਾ ਹੈਗਾ ਏ। ਦੋਵੇਂ ਜਾਣੀ ਉੱਥੇ ਰਾਤੋਂ ਰਾਤ ਹੀ ਨਿਕਲ ਗਏ। ਸਵੇਰੇ ਸਿੱਖਾਂ ਨੇ ਆ ਕੇ ਦੱਸਿਆ ਮਹਾਰਾਜ ਰਾਤੀ ਪਹਿਰਾ ਢਿੱਲਾ ਤੁਸੀਂ ਕਹਿ ਦਿੱਤਾ ਸੀ ਤੇ ਪੰਡਿਤ ਦੋਵੇਂ ਭੱਜ ਗਏ ਹੈ। ਮਹਾਰਾਜ ਕਹਿੰਦੇ ਤਾਂ ਹੀ ਢਿੱਲਾ ਕੀਤਾ ਸੀ, ਸਾਨੂੰ ਪਤਾ ਸੀ, ਕਿਉਂਕਿ ਹੁਣ ਉਹ ਭੱਜਣ ਨੂੰ ਫਿਰਦੇ ਸੀ, ਰਸਤਾ ਕੋਈ ਲੱਭਦਾ ਨਹੀਂ ਸੀ ਤੇ ਉਹ ਜਾਨ ਬਚਾਉਣੀ ਚਾਹੁੰਦੇ ਸੀ। ਮਹਾਰਾਜ ਕਹਿੰਦੇ ਚਲੋ ਅਸੀਂ ਚੰਡੀ ਪ੍ਰਗਟ ਕਰਦੇ ਹਾਂ। ਸਿੱਖ ਸਾਰੇ ਨਾਲ ਗਏ ਵੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਚੰਡੀ ਪ੍ਰਗਟ ਕਰਨ ਲੱਗੇ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਉਸ ਹਵਨ ਕੁੰਡ ਦੇ ਕੋਲ ਜਾ ਕੇ ਕਹਿੰਦੇ ਜਿੰਨੀ ਸਮੱਗਰੀ ਹੈਗੀ ਸਾਰੀ ਹਵਨ ਕੁੰਡ ਦੇ ਵਿੱਚ ਸੁੱਟ ਦਿੱਤੀ ਜਾਵੇ। ਸਾਰੀ ਸਮੱਗਰੀ ਜਿਹੜੀ ਸੀ ਹਵਨ ਕੁੰਡ ਵਿੱਚੋਂ ਸੁੱਟ ਦਿੱਤੀ। ਇੱਕਦਮ ਉਹਦੇ ਵਿੱਚੋਂ ਲਾਟਾਂ ਨਿਕਲੀਆਂ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਕਿਆ ਕਹਿਣ ਲੱਗੇ, ਮੇਰੇ ਸਿੱਖੋ ਇਹੀ ਚੰਡੀ ਹੈ ਤੇ ਇਹੀ ਭਵਾਨੀ ਤੇ ਇਹੀ ਦੁਰਗਾ ਹੈ, ਇਹੀ ਜਿੱਤ ਦੀ ਨਿਸ਼ਾਨੀ ਹੈ। ਜੇ ਤੁਹਾਡੇ ਹੱਥ ਦੇ ਵਿੱਚ ਤਲਵਾਰ ਹੈ, ਤੁਹਾਡੇ ਅੰਦਰ ਵੀਰ ਰਸ ਹੈ, ਤੁਹਾਡੇ ਅੰਦਰ ਅਣਖ ਤੇ ਗੈਰਤ ਹੈ, ਯਾਦ ਰੱਖਿਓ ਉਹ ਦਿਨ ਦੂਰ ਨਹੀਂ ਜਦੋਂ ਗੁਲਾਮੀ ਦੀਆਂ ਜੰਜੀਰਾਂ ਟੁੱਟ ਜਾਣਗੀਆਂ। ਜੇ ਤੁਸੀਂ ਕਲਪਤ ਦੇਵੀਆਂ ਦੇ ਅੱਗੇ ਸਿਰ ਝੁਕਾਉਂਦੇ ਰਹੇ ਤੇ ਤੁਸੀਂ ਸਦਾ ਵਾਸਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟ ਨਹੀਂ ਸਕੋਗੇ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਉੱਥੇ ਸਿੱਖਾਂ ਨੂੰ ਸਮਝਾਇਆ, ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰ ਤੀਰ, ਸੈਫ ਸਰੋਹੀ ਸਹਿਥੀ ਜਹੇ ਹਮਾਰੇ ਪੀਰ, ਤੀਰ ਤੂੰ ਹੀ ਸਹਿਥੀ ਤੂੰ ਹੀ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੇ ਭਏ ਸਿੰਧ ਭਵ ਪਾਰ, ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਰਨ ਮੰਡੰ ਬਰ ਬੰਡੰ, ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰਗ, ਸੁਖ ਸੰਤਾਂ ਕਰਨੰ ਦੁਰਮਤ ਦਰਨੰ, ਕਿਲ ਬਿਖ ਹਰਨੰ ਅਸ ਸਰਨੰ, ਜੈ ਜੈ ਜਗ ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ, ਜੈ 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 ਤੇਗੰ। ਸਾਹਿਬ ਕਹਿੰਦੇ ਜੇ ਤੇਗ ਤੁਹਾਡੇ ਹੱਥ ਦੇ ਵਿੱਚ ਹੈ ਤੁਹਾਡੀ ਜੈ ਜੈਕਾਰ ਹੈ ਤੇ ਤੁਹਾਡੀ ਜਿੱਤ ਹੈ। ਜੇ ਤੇਗ ਨਹੀਂ ਤੇ ਕਿਸੇ ਦੇਵੀ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ। ਸਤਿਗੁਰ ਪਾਤਸ਼ਾਹ ਨੇ ਸਿੱਖਾਂ ਦੇ ਹੱਥਾਂ ਦੇ ਵਿੱਚ ਉਹ ਤੇਗ ਦਿੱਤੀ। ਸਮੇਂ ਦੀ ਲੋੜ ਸੀ ਉਦੋਂ ਤੇਗ ਦੇਣੀ। ਜੇ ਅੱਜ ਦਾ ਸਮਾਂ ਹੁੰਦਾ ਤੇ ਕਾਰਬਨ ਦਿੰਦੇ। ਉਹਨਾਂ ਸਮਿਆਂ ਦੇ ਵਿੱਚ ਤੇਗ ਦੀ ਲੋੜ ਸੀ, ਤੇਗ ਦੀ ਲੜਾਈ ਸੀ। ਸਤਿਗੁਰ ਪਾਤਸ਼ਾਹ ਮਹਾਰਾਜ ਨੇ ਹੱਥਾਂ ਵਿੱਚ ਤੇਗ ਦਿੱਤੀ ਤੇ ਉਹਨਾਂ ਨੇ ਨਾਲ ਕਿਹਾ ਵੀ ਜੇ ਗੁਲਾਮੀ ਦੀਆਂ ਜੰਜੀਰਾਂ ਤੋੜਨੀਆਂ ਤੇ ਇਹ ਤੇਗ ਨੂੰ ਨਾ ਛੱਡਿਓ ਤੁਸੀਂ।
ਸਤਿਗੁਰ ਪਾਤਸ਼ਾਹ ਨੇ ਉਹ ਵੀਰ ਰਸ ਭਰ ਕੇ ਸਿੱਖਾਂ ਦੇ ਅੰਦਰ ਇਹ ਗੰਦਗੀ ਵਾਲੇ ਹੋਲੀ ਦੇ ਵਿੱਚੋਂ ਕੱਢ ਕੇ, ਇਹ ਹੋਲਕਾਂ ਦੀ ਪੂਜਾ ਵਿੱਚੋਂ ਕੱਢ ਕੇ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਕਿਹਾ ਤੁਸੀਂ ਖਾਲਸੇ ਜੇ, ਤੇ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ, ਤੇ ਇਹਦੇ ਖੇਡਾਂ ਵੀ ਜਿਹੜੀਆਂ ਵੱਖਰੀਆਂ ਦੂਜਿਆਂ ਨਾਲੋਂ ਨਿਆਰੀਆਂ ਹੋਣਗੀਆਂ। ਸਤਿਗੁਰ ਪਾਤਸ਼ਾਹ ਨੇ ਉਹ ਵੀਰ ਰਸ ਭਰਨ ਦੇ ਕਾਰਨ ਜਿਹੜਾ ਸੀ ਉਹ ਹੋਲਾ ਮਹੱਲੇ ਦਾ ਜਿਹੜਾ ਪ੍ਰਸਿੱਧ ਜਿਹੜਾ ਇਤਿਹਾਸ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਆਰੰਭ ਕੀਤਾ, ਤਾਂ ਕਿ ਸਿੱਖਾਂ ਦੇ ਅੰਦਰ ਵੀਰ ਰਸ ਭਰਿਆ ਜਾ ਸਕੇ। ਅੱਜ ਅਸੀਂ ਫੇਰ ਉਹ ਇੱਕ ਦੂਜੇ ਤੇ ਰੰਗ ਭਕਾਨੇ ਭਰ ਭਰ ਕੇ ਮਾਰਦੇ ਹਾਂ, ਮੁੱਠਾਂ ਰੰਗ ਦੀਆਂ ਪਾਉਣੇ ਹੈ। ਪਰ ਯਾਦ ਰੱਖਿਓ, ਮੇਰਾ ਤੇ ਖਿਆਲ ਜਾਂ ਤੇ ਅਸੀਂ ਜਿਹੜੀ ਗੰਦਗੀ ਵਿੱਚੋਂ ਗੁਰੂ ਨੇ ਕੱਢਿਆ ਸੀ ਅਸੀਂ ਨਿਕਲਣਾ ਨਹੀਂ ਚਾਹੁੰਦੇ। ਜਿਹੜਾ ਪੰਛੀ ਆਪਣੇ ਪਿੰਜਰੇ ਦੇ ਨਾਲ ਪਿਆਰ ਪਾ ਕੇ ਬਹਿ ਜਾਂਦਾ ਹੈ ਨਾ, ਉਹ ਕਦੇ ਆਜ਼ਾਦ ਨਹੀਂ ਹੋ ਸਕਦਾ। ਤੇ ਜਿਹੜਾ ਆਪਣੇ ਪਿੰਜਰੇ ਨਾਲ ਪਿਆਰ ਨਹੀਂ ਪਾਉਂਦਾ, ਉਹ ਪੰਛੀ ਇੱਕ ਦਿਨ ਜਦੋਂ ਕਿਤੇ ਮੌਕਾ ਮਿਲਦਾ ਹੈ ਉਹ ਉਡਾਰੀ ਮਾਰ ਜਾਂਦਾ ਹੈ। ਸਾਨੂੰ ਸਰਕਾਰਾਂ ਨੇ ਸੁੱਖ ਸਹੂਲਤਾਂ ਕਿਉਂ ਦਿੱਤੀਆਂ ਸੀ? ਸਰਕਾਰਾਂ ਸਾਨੂੰ ਨਵੇਂ ਨਵੇਂ ਸਬਜ਼ ਬਾਗ ਕਿਉਂ ਵਿਖਾਉਂਦੀਆਂ? ਤਾਂ ਕਿ ਇਹ ਗੁਲਾਮੀ ਦੇ ਵਿੱਚੋਂ ਕਦੇ ਆਜ਼ਾਦ ਨਾ ਹੋ ਸਕਣ। ਉਹ ਸਾਨੂੰ ਇਹ ਜਿਹੜੇ ਹੈ ਥੋੜ੍ਹੇ ਥੋੜ੍ਹੇ ਸੁੱਖ ਸਹੂਲਤਾਂ ਦੇ ਕੇ ਸਦਾ ਵਾਸਤੇ ਆਪਣੀ ਗੁਲਾਮ ਜਿਹੜਾ ਬਣਾ ਕੇ ਰੱਖਣਾ ਚਾਹੁੰਦੇ ਹੈ। ਸਤਿਗੁਰ ਪਾਤਸ਼ਾਹ ਨੇ ਕਿਹਾ ਨਹੀਂ, ਤੁਸੀਂ ਆਜ਼ਾਦੀ ਦਾ ਨਿੱਘ ਮੰਨਣਾ ਹੈ, ਤੁਹਾਡੇ ਅੰਦਰ ਵੀਰ ਰਸ ਹੋਣਾ ਜ਼ਰੂਰੀ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਪੱਗ ਲਵਾ ਕੇ ਜ਼ਿੰਦਗੀ ਜੀਆ ਤੇ ਇਹੋ ਜਿਹੀ ਜ਼ਿੰਦਗੀ ਜਿਹੜੀ ਹੈ ਹਰਾਮ ਹੈ। ਮੌਤ ਸਾਰਿਆਂ ਨੂੰ ਆਉਣੀ ਹੈ, ਪਰ ਕੈਰਾਂ ਵਾਲੀ ਮੌਤ ਨਾ ਮਰੀ। ਮਰਨਾ ਮੁਨਸਾ ਸੂਰਿਆਂ ਹੱਕ ਹੈ, ਜੇ ਹੋਏ ਮਰਨ ਪਰਵਾਨੋ। ਗੁਰਬਾਣੀ ਨੇ ਕੇਵਲ ਉਹ ਸਿਧਾਂਤ ਦਿੱਤਾ ਹੀ ਨਹੀਂ, ਗੁਰੂ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪ੍ਰੈਕਟੀਕਲ ਕਰ ਦਿੱਤਾ ਕਿ ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਹੋਲਾ ਮਹੱਲਾ ਜਿਹੜਾ ਸੀ ਇਸ ਗੱਲ ਦਾ ਪ੍ਰਤੀਕ ਸੀ। ਖਾਲਸੇ ਦੇ ਅੰਦਰ ਵੀਰ ਰਸ, ਖਾਲਸੇ ਨੂੰ ਸਵੈ ਜੀਵਨ, ਜ਼ਿੰਦਗੀ ਜਿਉਣ ਦਾ ਢੰਗ, ਕਿ ਜ਼ਿੰਦਗੀ ਜਿਉਣੀ ਕਿਵੇਂ ਹੈ, ਇਹ ਤਰੀਕਾ ਜਿਹੜਾ ਸੀ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਇਸ ਦਿਨ ਦੱਸਿਆ ਸੀ। ਜਿਹੜਾ ਹੋਲੇ ਮਹੱਲੇ ਦਾ ਦਿਹਾੜਾ ਸਿੱਖ ਖਾਲਸਾ ਪੰਥ ਮਨਾ ਰਿਹਾ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਆਪਣੇ ਚਰਨਾਂ ਦਾ ਪਿਆਰ, ਗੁਰਸਿੱਖੀ ਵਾਲੇ ਜੀਵਨ ਬਖਸ਼ਣ, ਜਿਸ ਸਦਕਾ ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ।